ਗਲਾਤੀਆਂ ਦੀ ਪੱਤਰੀ ਅਧਿਆਇ 3। ਹੇ ਮੂਰਖ ਗਲਾਤੀਓ, ਤੁਹਾਡੇ ਉੱਪਰ ਕਿਸ ਨੇ ਜਾਦੂ ਕਰ ਦਿੱਤਾ ਹੈ? ਤੁਹਾਨੂੰ ਮਸੀਹ ਦੀ ਸਲੀਬੀ ਮੌਤ ਦੇ ਬਾਰੇ ਇਸ ਤਰ੍ਹਾਂ ਸਾਫ਼-ਸਾਫ਼ ਦੱਸਿਆ ਗਿਆ ਸੀ, ਜਿਵੇਂ ਕਿ ਇਹ ਸਭ ਕੁਝ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਇਆ ਹੋਵੇ। ਤੁਸੀਂ ਮੈਨੂੰ ਕੇਵਲ ਇੱਕ ਗੱਲ ਦਾ ਉੱਤਰ ਦਿਓ ਕਿ ਤੁਸੀਂ ਪਵਿੱਤਰ ਆਤਮਾ ਨੂੰ ਵਿਵਸਥਾ ਦੇ ਕੰਮਾਂ ਦੁਆਰਾ ਪ੍ਰਾਪਤ ਕੀਤਾ ਹੈ ਜਾਂ ਸ਼ੁਭ ਸਮਾਚਾਰ ਨੂੰ ਸੁਣ ਕੇ ਅਤੇ ਵਿਸ਼ਵਾਸ ਕਰਕੇ। ਕੀ ਤੁਸੀਂ ਇੰਨੇ ਹੀ ਮੂਰਖ ਹੋ? ਤੁਸੀਂ ਪਵਿੱਤਰ ਆਤਮਾ ਦੇ ਰਾਹੀਂ ਨਵਾਂ ਜੀਵਨ ਸ਼ੁਰੂ ਕੀਤਾ ਸੀ, ਫਿਰ ਕੀ ਹੁਣ ਤੁਸੀਂ ਉਸੇ ਨੂੰ ਆਪਣੀ ਤਾਕਤ ਨਾਲ ਪੂਰਾ ਕਰੋਗੇ? ਕੀ ਤੁਹਾਡੇ ਸਭ ਵੱਡੇ-ਵੱਡੇ ਅਨੁਭਵ ਵਿਅਰਥ ਸਨ? ਇਸ ਤੋਂ ਇਹੀ ਸਿੱਧ ਹੁੰਦਾ ਹੈ, ਪਰਮੇਸ਼ਰ ਨੇ ਬਹੁਤਾਤ ਨਾਲ ਤੁਹਾਨੂੰ ਪਵਿੱਤਰ ਆਤਮਾ ਦਿੱਤਾ ਅਤੇ ਤੁਹਾਡੇ ਵਿੱਚ ਵਿਚਿੱਤਰ ਕੰਮ ਕੀਤੇ ਸਨ। ਕੀ ਇਹ ਸਭ ਤੁਹਾਡੀਆਂ ਵਿਵਸਥਾ ਦੀਆਂ ਮੰਗਾਂ ਪੂਰੀਆਂ ਕਰਨ ਨਾਲ ਹੋਇਆ ਹੈ ਜਾਂ ਸ਼ੁਭ ਸਮਾਚਾਰ ਨੂੰ ਸੁਣਨ ਅਤੇ ਉਸ ਤੇ ਵਿਸ਼ਵਾਸ ਕਰਨ ਨਾਲ? ਧਰਮ ਗ੍ਰੰਥ ਦੱਸਦਾ ਹੈ, ਅਬਰਾਹਮ ਨੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਅਤੇ ਇਸ ਕਾਰਨ ਉਸ ਨੂੰ ਪਰਮੇਸ਼ਰ ਨੇ ਉਚਿਤ ਠਹਿਰਾਇਆ। ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਨਾਲ ਸਮਝੋ ਕਿ ਅਬਰਾਹਮ ਦੀ ਅਸਲੀ ਸੰਤਾਨ ਉਹੀ ਹਨ ਜੋ ਵਿਸ਼ਵਾਸ ਕਰਦੇ ਹਨ। ਧਰਮ ਗ੍ਰੰਥ ਨੇ ਪਹਿਲਾਂ ਹੀ ਦੇਖ ਲਿਆ ਸੀ ਕਿ ਪਰਮੇਸ਼ਰ ਦੂਜੀਆਂ ਕੌਮਾਂ ਨੂੰ ਵਿਸ਼ਵਾਸ ਦੇ ਦੁਆਰਾ ਉਚਿਤ ਠਹਿਰਾਏਗਾ। ਇਸ ਲਈ ਧਰਮ ਗ੍ਰੰਥ ਵਿੱਚ ਅਬਰਾਹਮ ਨੂੰ ਪਹਿਲਾਂ ਹੀ ਇਹ ਸ਼ੁਭ ਸਮਾਚਾਰ ਦਿੱਤਾ ਗਿਆ ਕਿ ਤੇਰੇ ਦੁਆਰਾ ਪਰਮੇਸ਼ਰ ਸਭ ਕੌਮਾਂ ਨੂੰ ਅਸੀਸ ਦੇਵੇਗਾ। ਇਸ ਲਈ ਉਹ ਸਭ ਜੋ ਵਿਸ਼ਵਾਸ ਕਰਦੇ ਹਨ, ਅਬਰਾਹਮ ਜਿਸ ਨੇ ਵਿਸ਼ਵਾਸ ਕੀਤਾ, ਉਸ ਦੇ ਨਾਲ ਉਸੇ ਦੀ ਤਰ੍ਹਾਂ ਅਸੀਸ ਪ੍ਰਾਪਤ ਕਰਨਗੇ। ਉਹ ਸਭ ਜੋ ਵਿਵਸਥਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਸਰਾਪ ਦੇ ਹੇਠਾਂ ਹਨ, ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ, ਜੋ ਕੋਈ ਵਿਵਸਥਾ ਦੀ ਪੁਸਤਕ ਵਿੱਚ ਲਿਖੀ ਹੋਈ ਹਰ ਗੱਲ ਨੂੰ ਪੂਰਾ ਨਹੀਂ ਕਰਦਾ, ਉਹ ਸਰਾਪ ਹੇਠ ਹੈ। ਇਸ ਤੋਂ ਇਹ ਸਾਫ਼ ਪ੍ਰਗਟ ਹੈ ਕਿ ਕੋਈ ਵਿਵਸਥਾ ਦੇ ਦੁਆਰਾ ਪਰਮੇਸ਼ਰ ਦੇ ਸਾਹਮਣੇ ਉਚਿਤ ਨਹੀਂ ਠਹਿਰਦਾ ਹੈ, ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ, ਉਹ ਜੋ ਪਰਮੇਸ਼ਰ ਦੇ ਸਾਹਮਣੇ ਉਚਿਤ ਠਹਿਰ ਚੁੱਕਾ ਹੈ, ਵਿਸ਼ਵਾਸ ਦੇ ਦੁਆਰਾ ਜੀਵੇਗਾ। ਪਰ ਵਿਵਸਥਾ ਅਤੇ ਵਿਸ਼ਵਾਸ ਵਿੱਚ ਆਪਸੀ ਕੋਈ ਸੰਬੰਧ ਨਹੀਂ ਹੈ। ਇਸ ਬਾਰੇ ਧਰਮ ਗ੍ਰੰਥ ਕਹਿੰਦਾ ਹੈ, ਜੋ ਵਿਵਸਥਾ ਦੀਆਂ ਗੱਲਾਂ ਨੂੰ ਪੂਰਾ ਕਰੇਗਾ, ਉਹ ਇਹਨਾਂ ਦੇ ਦੁਆਰਾ ਜੀਵੇਗਾ। ਪਰ ਮਸੀਹ ਨੇ ਸਾਨੂੰ ਵਿਵਸਥਾ ਦੇ ਸਰਾਪ ਤੋਂ ਮੁਕਤ ਕਰ ਦਿੱਤਾ ਹੈ। ਉਸ ਨੇ ਸਾਡਾ ਉਹ ਸਰਾਪ ਆਪਣੇ ਉੱਤੇ ਲੈ ਲਿਆ ਹੈ, ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ, ਸਲੀਬ ਤੇ ਚੜਾਇਆ ਜਾਣ ਵਾਲਾ ਹਰ ਕੋਈ ਸਰਾਪੀ ਠਹਿਰਦਾ ਹੈ। ਉਸ ਨੇ ਇਹ ਸਭ ਇਸ ਤਰ੍ਹਾਂ ਕੀਤਾ ਕਿ ਅਬਰਾਹਮ ਵਾਲੀ ਅਸੀਸ ਯਿਸੂ ਦੇ ਦੁਆਰਾ ਹੋਰਨਾਂ ਕੌਮਾਂ ਨੂੰ ਵੀ ਮਿਲੇ ਅਤੇ ਅਸੀਂ ਵਿਸ਼ਵਾਸ ਦੇ ਦੁਆਰਾ ਪ੍ਰਤਿੱਗਿਆ ਕੀਤੀ ਹੋਈ ਪਵਿੱਤਰ ਆਤਮਾ ਦਾ ਦਾਨ ਪ੍ਰਾਪਤ ਕਰੀਏ। ਵਿਵਸਥਾ ਅਤੇ ਪ੍ਰਤਿੱਗਿਆ। ਭਰਾਵੋ, ਮੈਂ ਇੱਕ ਮਨੁੱਖੀ ਉਦਾਹਰਨ ਤੁਹਾਨੂੰ ਦਿੰਦਾ ਹਾਂ। ਇਹ ਦੋਹਾਂ ਆਦਮੀਆਂ ਵਿੱਚ ਹੋਏ ਇੱਕ ਇਕਰਾਰਨਾਮੇ ਦੀ ਤਰ੍ਹਾਂ ਹੈ। ਇਹ ਇਕਰਾਰਨਾਮਾ ਜਦੋਂ ਇੱਕ ਵਾਰੀ ਪੱਕਾ ਹੋ ਜਾਂਦਾ ਹੈ ਤਾਂ ਫਿਰ ਉਸ ਵਿੱਚ ਕੋਈ ਘਾਟਾ ਵਾਧਾ ਨਹੀਂ ਹੋ ਸਕਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਨੇ ਪ੍ਰਤਿੱਗਿਆਵਾਂ ਅਬਰਾਹਮ ਅਤੇ ਉਸਦੀ ਸੰਤਾਨ ਨਾਲ ਕੀਤੀਆਂ ਸਨ। ਧਰਮ ਗ੍ਰੰਥ ਇੱਥੇ ਇਹ ਨਹੀਂ ਕਹਿੰਦਾ ਕਿ ਤੇਰੀ ਸੰਤਾਨਾਂ ਨਾਲ, ਜਿਸ ਦਾ ਅਰਥ ਹੈ ਬਹੁਤ ਲੋਕ, ਬਲਕਿ ਧਰਮ ਗ੍ਰੰਥ ਕਹਿੰਦਾ ਹੈ ਕਿ ਤੇਰੀ ਸੰਤਾਨ, ਜਿਸ ਦਾ ਅਰਥ ਹੈ ਇੱਕੋ ਮਨੁੱਖ ਜੋ ਮਸੀਹ ਹੈ। ਮੇਰੇ ਕਹਿਣ ਦਾ ਅਰਥ ਇਹ ਹੈ, ਵਿਵਸਥਾ ਜੋ 430 ਸਾਲ ਪਿੱਛੋਂ ਆਈ, ਪਹਿਲੇ ਹੋਏ ਪਰਮੇਸ਼ਰ ਦੇ ਇਕਰਾਰਨਾਮੇ ਨੂੰ ਵਿਅਰਥ ਨਹੀਂ ਕਰ ਸਕਦੀ ਹੈ ਅਤੇ ਨਾ ਉਸ ਦੀ ਦਿੱਤੀ ਪ੍ਰਤਿੱਗਿਆ ਨੂੰ ਖਤਮ ਕਰ ਸਕਦੀ ਹੈ, ਕਿਉਂਕਿ ਜੇਕਰ ਪਰਮੇਸ਼ਰ ਦੀ ਦਾਤ ਵਿਵਸਥਾ ਦੁਆਰਾ ਮਿਲਦੀ ਹੈ ਤਾਂ ਫਿਰ ਪ੍ਰਤਿੱਗਿਆ ਪੂਰੀ ਨਹੀਂ ਹੋਈ।
ਪਰ ਪਰਮੇਸ਼ਰ ਨੇ ਅਬਰਾਹਾਮ ਨੂੰ ਇਹ ਮੁਫਤ ਦਾਤ ਪ੍ਰਤਿਗਿਆ ਦੁਆਰਾ ਹੀ ਦਿੱਤੀ। ਫਿਰ ਵਿਵਸਥਾ ਕਿਉਂ ਦਿੱਤੀ ਗਈ? ਇਹ ਮਨੁੱਖ ਦੇ ਅਪਰਾਧ ਨੂੰ ਪ੍ਰਗਟ ਕਰਨ ਲਈ ਦਿੱਤੀ ਗਈ, ਪਰ ਇਹ ਅਬਰਾਮ ਦੀ ਸੰਤਾਨ ਦੇ ਆਉਣ ਤੱਕ ਹੀ ਲਾਗੂ ਰਹਿ ਸਕਦੀ ਸੀ, ਜਿਸ ਦੇ ਨਾਲ ਪਰਮੇਸ਼ਰ ਨੇ ਪ੍ਰਤਿਗਿਆ ਕੀਤੀ ਸੀ। ਇਹ ਇੱਕ ਸਵਰਗ ਦੂਤ ਦੇ ਰਾਹੀਂ ਇੱਕ ਵਿਚੋਲੇ ਦੇ ਹੱਥੀਂ ਦਿੱਤੀ ਗਈ ਸੀ, ਪਰ ਵਿਚੋਲੇ ਦੀ ਲੋੜ ਇੱਕ ਤੋਂ ਵੱਧ ਆਦਮੀਆਂ ਦੇ ਵਿਚਕਾਰ ਹੁੰਦੀ ਹੈ, ਪਰ ਪਰਮੇਸ਼ਰ ਤਾਂ ਇੱਕ ਹੀ ਹੈ। ਤਾਂ ਫਿਰ ਵਿਵਸਥਾ ਪਰਮੇਸ਼ਰ ਦੀ ਪ੍ਰਤਿਗਿਆ ਦੇ ਵਿਰੁੱਧ ਹੈ? ਨਹੀਂ, ਕਦੇ ਵੀ ਨਹੀਂ। ਜੇਕਰ ਵਿਵਸਥਾ ਇਸ ਤਰ੍ਹਾਂ ਦਿੱਤੀ ਗਈ ਹੁੰਦੀ ਕਿ ਇਹ ਮਨੁੱਖ ਨੂੰ ਜੀਵਨ ਦੇ ਸਕਦੀ ਹੈ, ਤਾਂ ਫਿਰ ਇਸ ਦੇ ਰਾਹੀਂ ਮਨੁੱਖ ਦਾ ਸੰਬੰਧ ਪਰਮੇਸ਼ਰ ਦੇ ਨਾਲ ਠੀਕ ਹੋ ਸਕਦਾ ਸੀ। ਪਰ ਧਰਮ ਗ੍ਰੰਥ ਦਾ ਵਾਕ ਹੈ ਕਿ ਸਭ ਪਾਪ ਦੀ ਕੈਦ ਵਿੱਚ ਜਾ ਚੁੱਕੇ ਹਨ, ਤਾਂ ਜੋ ਉਹ ਪ੍ਰਤਿਗਿਆ ਜੋ ਯਿਸੂ ਮਸੀਹ ਤੇ ਵਿਸ਼ਵਾਸ ਕਰਨ ਦੇ ਆਧਾਰ ਤੇ ਦਿੱਤੀ ਗਈ, ਉਸ ਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਮਿਲੇ। ਵਿਸ਼ਵਾਸ ਦੇ ਆਉਣ ਤੱਕ ਅਸੀਂ ਵਿਵਸਥਾ ਦੀ ਕੈਦ ਵਿੱਚ ਸਾਂ। ਇਹ ਉਸ ਸਮੇਂ ਤੱਕ ਲਈ ਸੀ ਜਦੋਂ ਤੱਕ ਕਿ ਆਉਣ ਵਾਲਾ ਵਿਸ਼ਵਾਸੀ ਪ੍ਰਗਟ ਨਾ ਹੋਵੇ। ਇਸ ਲਈ ਮਸੀਹ ਦੇ ਆਉਣ ਤੱਕ ਵਿਵਸਥਾ ਸਾਡੀ ਸਰਪ੍ਰਸਤ ਸੀ ਕਿ ਸਾਡੇ ਵਿਸ਼ਵਾਸ ਦੇ ਦੁਆਰਾ ਸਾਡਾ ਪਰਮੇਸ਼ਰ ਨਾਲ ਠੀਕ ਸੰਬੰਧ ਜੁੜ ਜਾਵੇ। ਪਰ ਹੁਣ ਜਦੋਂ ਉਹ ਵਿਸ਼ਵਾਸ ਆ ਗਿਆ, ਤਾਂ ਅਸੀਂ ਸਰਪ੍ਰਸਤ ਦੇ ਥੱਲੇ ਨਹੀਂ ਰਹੇ ਹਾਂ। ਹੁਣ ਤੁਸੀਂ ਸਭ ਵਿਸ਼ਵਾਸ ਦੇ ਰਾਹੀਂ ਮਸੀਹ ਯਿਸੂ ਦੇ ਵਿੱਚ ਹੋ ਕੇ ਪਰਮੇਸ਼ਰ ਦੀ ਸੰਤਾਨ ਹੋ। ਤੁਹਾਡੇ ਵਿੱਚੋਂ ਜਿਨ੍ਹਾਂ ਨੇ ਮਸੀਹ ਦੀ ਸੰਗਤ ਵਿੱਚ ਬਪਤਿਸਮਾ ਲਿਆ ਹੈ, ਉਹਨਾਂ ਸਭ ਨੇ ਮਸੀਹ ਨੂੰ ਆਪਣੇ ਜੀਵਨ ਵਿੱਚ ਧਾਰ ਲਿਆ ਹੈ। ਇਸ ਲਈ ਹੁਣ ਤੁਹਾਡੇ ਵਿੱਚ ਕੋਈ ਭਿੰਨਤਾ ਨਹੀਂ ਰਹੀ, ਨਾ ਯਹੂਦੀ ਅਤੇ ਹੋਰਨਾਂ ਕੌਮਾਂ ਵਿੱਚ, ਨਾ ਗੁਲਾਮ ਅਤੇ ਆਜ਼ਾਦ ਵਿੱਚ, ਨਾ ਆਦਮੀ ਅਤੇ ਔਰਤ ਵਿੱਚ। ਤੁਸੀਂ ਸਭ ਮਸੀਹ ਯਿਸੂ ਦੀ ਸੰਗਤ ਵਿੱਚ ਇੱਕ ਹੋ। ਇਸ ਤਰ੍ਹਾਂ ਜੇਕਰ ਤੁਸੀਂ ਮਸੀਹ ਦੇ ਹੋ, ਤਾਂ ਫਿਰ ਤੁਸੀਂ ਅਬਰਾਹਾਮ ਦੀ ਸੰਤਾਨ ਹੋ ਅਤੇ ਇਸ ਨਾਤੇ ਤੁਸੀਂ ਪਰਮੇਸ਼ਰ ਦੀ ਪ੍ਰਤਿਗਿਆ ਵਿੱਚ ਕੀਤੀ ਅਸੀਸ ਦੇ ਵਾਰਿਸ ਵੀ ਹੋ।